ਸ੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਸ਼ਹੀਦੀ ਜੋੜ ਮੇਲ ਦਾ ਅੱਜ ਦੂਜਾ ਦਿਨ ਹੈ। ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਇਸ ਪਾਵਨ ਪਵਿੱਤਰ ਸਥਾਨ ਤੇ ਪਹੁੰਚੀਆਂ ਹੋਈਆਂ ਨੇ। ਅਸੀਂ ਖੜੇ ਹਾਂ ਗੁਰਦੁਆਰਾ ਠੰਡਾ ਬੁਰਜ ਸਾਹਿਬ। ਇਹ ਉਹ ਪਾਵਨ ਪਵਿੱਤਰ ਸਥਾਨ ਹੈ ਜਿੱਥੇ ਧੰਨ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਦੇ ਵੱਲੋਂ ਕਹਿਰ ਢਾਉਣ ਦੇ ਲਈ ਰੱਖਿਆ ਗਿਆ ਸੀ। ਤੁਸੀਂ ਦੇਖ ਸਕਦੇ ਹੋ ਇੱਥੇ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਮੱਥਾ ਟੇਕਣ ਦੇ ਲਈ। ਬੜੇ ਹੀ ਵੈਰਾਗਮਈ ਤਰੀਕੇ ਦੇ ਨਾਲ ਸੰਗਤਾਂ ਇੱਥੇ ਪਹੁੰਚਦੀਆਂ ਨੇ। ਹਰ ਸਾਲ ਇੱਥੇ ਮੱਥਾ ਟੇਕਣ ਦੇ ਲਈ ਸੰਗਤਾਂ ਆਉਂਦੀਆਂ ਨੇ। ਇਸ ਵਾਰ ਵੀ ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਪਹੁੰਚੀ ਹੋਈ ਹੈ। ਦੂਰ ਦੂਰ ਤੱਕ ਸੰਗਤ ਦਾ ਹੜ ਨਜ਼ਰ ਆ ਰਿਹਾ ਹੈ। ਭਾਵੇਂ ਕਿ ਦਿੱਲੀ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਸਿੱਖ ਭਾਈਚਾਰੇ ਦੇ ਲੋਕ, ਪੂਰਾ ਪੰਜਾਬ ਉੱਥੇ ਪਹੁੰਚਿਆ ਹੋਇਆ ਹੈ, ਪਰ ਇੱਥੇ ਵੀ ਕਿਸੇ ਗੱਲ ਦੀ ਕੋਈ ਕਮੀ ਨਹੀਂ। ਹਰ ਥਾਂ ਤੇ ਲੰਗਰ ਵੀ ਲੱਗੇ ਹੋਏ ਨੇ ਤੇ ਵੱਡੀ ਗਿਣਤੀ ਵਿੱਚ ਸੰਗਤਾਂ ਵਾਹਿਗੁਰੂ ਦਾ ਜਾਪ ਕਰਦੀਆਂ ਹੋਈਆਂ ਸ੍ਰੀ ਫਤਿਹਗੜ੍ਹ ਸਾਹਿਬ ਦੇ ਪਾਵਨ ਪਵਿੱਤਰ ਅਸਥਾਨਾਂ ਤੇ ਨਤਮਸਤਕ ਹੋ ਰਹੀਆਂ ਨੇ। ਇਹ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਠੰਡੇ ਬੁਰਜ ਦੀਆਂ। ਠੰਡਾ ਬੁਰਜ ਜੋ ਕਿ ਧੰਨ ਮਾਤਾ ਗੁਜਰੀ ਜੀ, ਧੰਨ ਬਾਬਾ ਜੋਰਾਵਰ ਸਿੰਘ ਤੇ ਧੰਨ ਬਾਬਾ ਫਤਿਹ ਸਿੰਘ ਜੀ ਦੀ ਯਾਦਗਾਰ ਦੇ ਤੌਰ ਤੇ ਅਸਥਾਨ ਹੈ। ਇੱਥੇ ਗੁਰੂ ਘਰ ਉਸਾਰਿਆ ਗਿਆ ਹੈ। ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਨਤਮਸਤਕ ਹੋ ਕੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਕਰ ਰਹੀਆਂ ਨੇ। ਅਸੀਂ ਠੰਡੇ ਬੁਰਜ ਦਾ ਇਤਿਹਾਸ ਵੀ ਜਾਣਾਂਗੇ ਤੇ ਨਾਲ ਨਾਲ ਧੰਨ ਬਾਬਾ ਮੋਤੀ ਰਾਮ ਮਹਿਰਾ ਜਿਨ੍ਹਾਂ ਨੇ ਇਸ ਪਾਵਨ ਪਵਿੱਤਰ ਅਸਥਾਨ ਤੇ ਧੰਨ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਦੁੱਧ ਪਿਆਉਣ ਦੀ ਸੇਵਾ ਕੀਤੀ ਸੀ, ਉਹਨਾਂ ਦੇ ਜੀਵਨ ਬਾਰੇ ਵੀ ਜਾਣਾਂਗੇ। ਭਾਈ ਹਰਪਾਲ ਸਿੰਘ ਜੀ ਪਾਸੋਂ ਸਾਡੇ ਨਾਲ ਮੌਜੂਦ ਨੇ। ਭਾਈ ਹਰਪਾਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜਾ ਹੀ ਵੈਰਾਗਮਈ ਦਿਨ ਹੈ ਅੱਜ। ਸੰਗਤਾਂ ਜਿੰਨੀਆਂ ਵੀ ਪਹੁੰਚਦੀਆਂ ਨੇ ਉਹ ਬੜੇ ਵੈਰਾਗ ਦੇ ਵਿੱਚ ਇੱਥੇ ਆ ਕੇ ਨਤਮਸਤਕ ਹੁੰਦੀਆਂ ਨੇ, ਸਾਹਿਬਜ਼ਾਦਿਆਂ ਨੂੰ ਯਾਦ ਕਰਦੀਆਂ ਨੇ, ਧੰਨ ਮਾਤਾ ਗੁਜਰੀ ਜੀ ਨੂੰ ਯਾਦ ਕਰਦੀਆਂ ਨੇ। ਠੰਡੇ ਬੁਰਜ ਦੀ ਕੀ ਹਿਸਟਰੀ ਹੈ, ਕੀ ਇਤਿਹਾਸ ਹੈ, ਥੋੜਾ ਜਿਹਾ ਸੰਗਤ ਨੂੰ ਇਸ ਬਾਰੇ ਜ਼ਰੂਰ ਚਾਨਣਾ। ਸਰਹੰਦ ਦੀਆਂ ਜਿਹੜੀਆਂ ਮੁਗਲ ਬਿਲਡਿੰਗਾਂ ਨੇ ਪੁਰਾਣੀਆਂ ਸੀ, ਇਹ ਲਗਭਗ 1600 ਦੇ ਕਰੀਬ ਤੋਂ ਇਹ ਉਸਰਨੀਆਂ ਜ਼ਿਆਦਾ ਜਿਹੜੀਆਂ ਸੀ ਸ਼ੁਰੂ ਹੋਈਆਂ। ਆਮ ਖਾਸ ਬਾਗ ਸੀ ਜਾਂ ਇਹ ਕਿਲਾ, ਇਹ ਉਸ ਤੋਂ ਵੀ ਪਹਿਲਾਂ ਦਾ ਸੀ। ਔਰ ਦਿੱਲੀ ਤੇ ਲਾਹੌਰ ਦੇ ਮੱਧ ਵਿੱਚ ਇਹ ਵੱਡਾ ਕੇਂਦਰ ਸੀ। ਸਰਹਿੰਦ ਨੂੰ ਕਿਹਾ ਜਾਂਦਾ ਸੀ ਔਰ ਇੱਕ ਤਰ੍ਹਾਂ ਦਾ ਸਬ ਸਟੇਸ਼ਨ ਸੀ ਮੁਗਲ ਹਾਕਮਾਂ ਦਾ। ਭਾਵੇਂ ਲਾਹੌਰ ਨੂੰ ਜਾਂ ਅਫਗਾਨਾਂ ਨੂੰ ਜਾਂਦੇ ਹੋਏ ਜਿਹੜੇ ਹੁਕਮਰਾਨ ਸਨ ਜਾਂ ਕਸ਼ਮੀਰ ਨੂੰ ਜਾਂਦੇ, ਉਹਨਾਂ ਦਾ ਅਕਸਰ ਟਿਕਾਣਾ ਸਰਹੰਦ 'ਚ ਹੁੰਦਾ ਸੀ। ਸੋ ਸਰਹੰਦ ਇੱਕ ਮਜ਼ਬੂਤ ਜਿਹੜਾ ਸੀ ਉਹ ਸੂਬਾ ਸੀ ਉਸ ਵੇਲੇ ਮੁਗਲਾਂ ਦੇ ਵੇਲੇ। ਠੰਡੇ ਬੁਰਜ ਦੀ ਗੱਲ ਕਰੀਏ ਤੇ ਧੰਨ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੇ ਉੱਪਰ ਕਹਿਰ ਢਾਉਣ ਲਈ ਵਜ਼ੀਰ ਖਾਨ ਨੇ ਉਹਨਾਂ ਨੂੰ ਇਸ ਠੰਡੇ ਬੁਰਜ ਤੇ ਰੱਖਿਆ ਸੀ, ਜਿੱਥੇ ਅੱਜ ਵੀ ਅਸੀਂ ਠੰਡ ਮਹਿਸੂਸ ਕਰ ਸਕਦੇ ਹਾਂ। ਪੋਹ ਦੀਆਂ ਰਾਤਾਂ ਦੀਆਂ ਜਿਹੜੀਆਂ ਠੰਡਾਂ ਨੇ, ਇਹ ਇਸ ਦੇ ਵਿੱਚ ਬੰਦਾ ਥਰ ਥਰ ਕੰਬਦਾ ਹੈ। ਕੈਸਾ ਉਹ ਸਮਾਂ ਹੋਏਗਾ। ਬਜ਼ੁਰਗ ਸਰੀਰ ਸੀ ਮਾਤਾ ਗੁਜਰੀ ਜੀ ਦਾ। ਛੋਟੇ ਸਾਹਿਬਜ਼ਾਦਿਆਂ ਦੀ ਉਮਰ ਵੀ ਬਹੁਤ ਘੱਟ ਸੀ। ਉਹਨਾਂ ਦੇ ਕੋਲ ਪਹਿਨਣ ਲਈ ਕੱਪੜੇ ਨਹੀਂ ਸੀ। ਕਿਹੋ ਜਿਹਾ ਉਸ ਸਮੇਂ ਸਮਾਂ ਸੀ, ਕਿਹੋ ਜਿਹੀ ਤਸਵੀਰ ਸੀ, ਜਾਂ ਇਉਂ ਕਹਿ ਲਓ ਕਿਹੋ ਜਿਹੇ ਹਾਲਾਤਾਂ ਦੇ ਵਿੱਚ ਮਾਤਾ ਗੁਜਰੀ ਜੀ ਨੇ ਇੱਥੇ ਕਿੰਨੇ ਦਿਨ ਬਤੀਤ ਕੀਤੇ। ਆਪਾਂ ਜਿਹੜੀ ਉਹ ਸਰਹੰਦ ਦੀ ਪੁਰਾਤਨਤਾ ਦੀ ਗੱਲ ਕਰ ਰਹੇ ਸੀ, ਉਹਦੇ ਨਾਲ ਹੀ ਇਹ ਜਿਹੜੇ ਇਸ ਕਿਲੇ ਦੀ ਹੋਂਦ ਸੀ। ਤੇ ਇੱਥੇ ਦਰਜਨਾਂ ਹੀ ਗੁੰਮਤ ਸਨ, ਇੱਦਾਂ ਦੇ ਬੁਰਜ ਸਨ ਜਿਨ੍ਹਾਂ ਵਿੱਚੋਂ ਨਦੀ ਦੇ ਬਿਲਕੁਲ ਨਾਲ ਕਿਨਾਰੇ ਉੱਤੇ ਖਹਿ ਕੇ ਵਗਦੀ ਸੀ ਹੰਸਲਾ ਨਦੀ। ਤੇ ਇਹ ਜਿਹੜਾ ਠੰਡਾ ਬੁਰਜ ਹੈ, ਇਹਨੂੰ ਉਸ ਵੇਲੇ ਠੰਡਾ ਇਸ ਲਈ ਕਿਹਾ ਜਾਂਦਾ ਸੀ ਕਿ ਸਭ ਤੋਂ ਉੱਚਾ ਸੀ, ਨਦੀ ਦੇ ਕਿਨਾਰੇ ਸੀ ਤੇ ਗਰਮੀਆਂ ਦੀ ਰੁੱਤੇ ਸੀਤ ਹਵਾ ਦਾ ਜਿਹੜਾ ਅਹਿਸਾਸ ਸੀ ਉਹ ਇਸ ਜਗ੍ਹਾ ਤੇ ਹੁੰਦਾ ਸੀ। ਸੋ ਇਹ ਇੰਟੈਰੋਗੇਸ਼ਨ ਦਾ ਇੱਕ ਤਰੀਕਾ ਸੀ। ਅਸਲ ਵਿੱਚ ਇਹ ਕਾਨੂੰਨ ਜਿਹੜੇ ਸੀ, ਇਹਦਾ ਪਿਛੋਕੜ ਯਾਸ਼ਾ ਮੁਗਲ ਦੇ ਨਾਲ ਹੈ, ਜਿਹਦੇ ਵਿੱਚ ਤਸ਼ੱਦਦ ਕਰਦਿਆਂ ਇੱਕ ਮਨੌਤ ਹੁੰਦੀ ਸੀ ਵੀ ਖੂਨ ਨਾ ਵਹੇ ਪਰ ਭਿਆਨਕ ਤਸ਼ੱਦਦ ਵੀ ਹੋਵੇ। ਭਾਵੇਂ ਉਹ ਨੀਹਾਂ 'ਚ ਚਿਣਨਾ ਸੀ, ਭਾਵੇਂ ਉਹ ਇਸ ਬੁਰਜ 'ਚ ਰੱਖਣਾ ਸੀ, ਇਹ ਕਿਤੇ ਨਾ ਕਿਤੇ ਉਹ ਯਾਸ਼ਾ ਮੁਗਲ ਦੇ ਨਾਲ ਜੁੜੇ ਹੋਏ ਕਾਨੂੰਨਾਂ ਤਹਿਤ ਹੀ ਕੀਤੇ। ਜਿਵੇਂ ਅੱਜ ਭਾਰਤੀ ਸਰਕਾਰ ਕਾਲੇ ਕਾਨੂੰਨ ਬਣਾਉਂਦੀ ਹੈ ਲੋਕਾਂ ਤੇ ਤਸ਼ੱਦਦ ਕਰਨ ਵਾਸਤੇ, ਜਾਂ ਹਕੂਮਤਾਂ ਬਣਾਉਂਦੀਆਂ ਨੇ, ਤੇ ਉਹ ਇਸ ਤਰ੍ਹਾਂ ਦਾ ਉਹ ਇਹ ਬੜਾ ਭਿਆਨਕ ਜਿਹਾ ਇੱਕ ਕਾਨੂੰਨ ਸੀ ਜਿਹਦੇ ਤਹਿਤ ਮਾਤਾ ਜੀ ਤੇ ਸਾਹਿਬਜ਼ਾਦਿਆਂ ਤੇ ਜ਼ੁਲਮ ਢਾਏ ਗਏ। 10 ਪੋਹ ਦੀ ਰਾਤ ਨੂੰ ਸਾਹਿਬਜ਼ਾਦੇ ਇੱਥੇ ਪਹੁੰਚੇ ਤੇ ਆਉਂਦੇ ਸਾਰ ਉਹ ਦਸੰਬਰ, ਲਾਸਟ ਦਸੰਬਰ ਸੀ, ਪੋਹ ਜਿਹਨੂੰ ਮਹੀਨਾ ਸੀ ਕਹਿੰਦੇ ਆ, ਇਸ ਠੰਡੇ ਬੁਰਜ ਵਿੱਚ ਕੈਦ ਕਰਨ ਦਾ ਮਨੋਰਥ ਇਹ ਸੀ ਕਿ ਉਹਨਾਂ ਤੇ ਤਸ਼ੱਦਦ, ਭਿਆਨਕ ਤਸ਼ੱਦਦ, ਜਿਹੜਾ ਬੜਾ ਗੁੰਮ ਤਸ਼ੱਦਦ ਅਸੀਂ ਉਹਨੂੰ ਕਹਿੰਦੇ, ਅਦ੍ਰਿਸ਼ਟ ਤਸ਼ੱਦਦ, ਕਿ ਸਰੀਰ ਉੱਤੇ ਕੋਈ ਖਰੋਚ ਵੀ ਨਹੀਂ ਆਏਗੀ, ਪਰ ਇਹ ਸੀਤ ਜਿਹੜੀ ਆ ਹੱਡਾਂ ਨੂੰ ਚੀਰਦੀ। ਕੁਦਰਤੀ ਆ ਕਿ ਬਾਲ ਤੇ ਬਿਰਧ ਜਿਹੜੇ ਆ ਉਹ ਠੰਡ ਜ਼ਿਆਦਾ ਮਹਿਸੂਸ ਕਰਦੇ ਆ। ਤੋਂ 80 90 ਨੂੰ ਢੁੱਕੇ ਮਾਤਾ ਜੀ ਤੇ 9 ਤੇ 7 ਸਾਲ ਦੇ ਧੰਨ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਇੱਥੇ 3 ਰਾਤਾਂ ਕੈਦ ਰਹੇ ਆ। 10 ਪੋਹ ਨੂੰ ਪਹੁੰਚਦੇ ਆ ਮਾਤਾ ਜੀ ਤੇ ਸਾਹਿਬਜ਼ਾਦੇ। 11 ਪੋਹ ਨੂੰ ਪਹਿਲੀ ਪੇਸ਼ੀ ਹੁੰਦੀ ਹੈ, 12 ਪੋਹ ਨੂੰ ਦੂਸਰੀ ਪੇਸ਼ੀ ਹੁੰਦੀ ਹੈ ਤੇ 13 ਪੋਹ ਨੂੰ ਸ਼ਹਾਦਤ ਹੁੰਦੀ ਹੈ। ਸੋ 3 ਰਾਤਾਂ
ਅੱਤ ਦੀ ਸਰਦੀ ਦੇ ਅੰਦਰ ਫਰਜ਼ਾਂ ਦੀ ਪੂਰਤੀ ਕਰਦਿਆਂ, ਧਰਮ ਨਿਭਾਉਂਦਿਆਂ, ਲੋਕਾਂ ਵਾਸਤੇ, ਸਾਰੀ ਲੋਕਾਈ ਵਾਸਤੇ ਸਿਰੜ ਸਿਦਕ ਦੀ ਇੱਕ ਮਿਸਾਲ ਕਾਇਮ ਕਰਦਿਆਂ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੇ ਇਸ ਠੰਡੇ ਬੁਰਜ 'ਚ ਗੁਜ਼ਾਰੇ। ਬਿਲਕੁਲ, ਉਹ ਜਿਹੜੀ ਠੰਡ ਹੈ ਅਸੀਂ ਵੀ ਇੱਥੇ ਮਹਿਸੂਸ ਕਰ ਸਕਦੇ ਹਾਂ, ਉਹ ਅਹਿਸਾਸ ਕਰ ਸਕਦੇ ਹਾਂ ਇਸ ਪੋਹ ਦੇ ਦਿਨਾਂ ਦੇ ਵਿੱਚ ਕਿੰਨੀ ਠੰਡ ਹੈ। ਅਸੀਂ ਕਿੰਨੇ ਗਰਮ ਕੱਪੜੇ ਪਾਏ ਹੋਏ ਨੇ, ਕਿੰਨੇ ਕਿੰਨੇ ਤਰ੍ਹਾਂ ਦੇ ਕੱਪੜੇ ਪਾਏ ਹੋਏ ਨੇ, ਪਰ ਫਿਰ ਵੀ ਅਸੀਂ ਠੰਡ ਮਹਿਸੂਸ ਕਰ ਰਹੇ ਹਾਂ। ਬਾਬਾ ਮੋਤੀ ਰਾਮ ਮਹਿਰਾ ਜੀ ਦੀ ਗੱਲ ਕਰੀਏ, ਦੋ ਨਾਮ ਆਉਂਦੇ ਨੇ, ਦੀਵਾਨ ਟੋਡਰਮਲ ਜੀ ਤੇ ਬਾਬਾ ਮੋਤੀ ਰਾਮ ਮਹਿਰਾ। ਦੀਵਾਨ ਟੋਡਰਮਲ ਜੀ ਨੇ ਵੀ ਵੱਡੀ ਸੇਵਾ ਕੀਤੀ, ਸਾਹਿਬਜ਼ਾਦਿਆਂ ਤੇ ਧੰਨ ਮਾਤਾ ਗੁਜਰੀ ਜੀ ਦੇ ਸੰਸਕਾਰ ਕਰਨ ਦੀ ਸੇਵਾ, ਉਹਨਾਂ ਨੇ ਆਪਣਾ ਸਾਰਾ ਕੁਝ ਕੁਰਬਾਨ ਕੀਤਾ। ਮੋਤੀ ਰਾਮ ਮਹਿਰਾ ਕੌਣ ਸੀ ਤੇ ਉਹਨਾਂ ਨੇ ਕੀ ਕੀ ਸੇਵਾਵਾਂ ਨਿਭਾਈਆਂ ਇਸ ਥਾਂ ਤੇ ਕਿਹੜੇ ਦਿਨ ਇਸ ਥਾਂ ਤੇ ਪਹੁੰਚੇ ਸੀ? ਸਰਹੰਦ ਵਿੱਚ ਸਿੱਖੀ ਜਿਹੜੀ ਸੀ ਉਹ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਵੇਲੇ ਤੋਂ ਹੀ ਜਿਹੜੀ ਪ੍ਰਫੁੱਲਤ ਸੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇੱਥੇ ਚਰਨ ਪਾਏ ਤਾਂ ਉਹਨਾਂ ਸਿੱਖਾਂ ਵਿੱਚੋਂ ਬਾਬਾ ਮੋਤੀ ਰਾਮ ਮਹਿਰਾ ਜੀ, ਭਾਈ ਹਰਾ ਸਿੰਘ ਜੀ ਦੇ ਸੁਪੁੱਤਰ, ਉਹ ਵੀ ਇੱਕ ਸਿੱਖ ਸਨ ਜਿਨ੍ਹਾਂ ਨੂੰ ਖਾਨਦਾਨੀ ਵਿਰਾਸਤ ਵਿੱਚ ਸਿੱਖੀ ਮਿਲੀ ਹੋਈ ਸੀ। ਤੇ ਜਦੋਂ ਵੀ ਰਾਹਗੀਰ ਸਿੱਖ ਸ਼੍ਰੀ ਅਨੰਦਪੁਰ ਸਾਹਿਬ ਨੂੰ ਜਾਂਦੇ, ਇੱਥੋਂ ਦੇ ਕੁਝ ਮਾਲੀ ਸਿੱਖ ਸਨ ਜਿਹੜੇ ਬਾਗ ਦੀ ਗੋਡੀ ਦਾ ਕਲਗੀਧਰ ਚਮਤਕਾਰ ਦੇ ਅੰਦਰ ਭਾਈ ਵੀਰ ਸਿੰਘ ਜੀ ਜ਼ਿਕਰ ਕਰਦੇ ਆ, ਬਾਬਾ ਮੋਤੀ ਰਾਮ ਮਹਿਰਾ ਵਰਗੇ ਸਿੱਖ, ਉਹਨਾਂ ਦੇ ਕੋਲ ਉਹ ਕਾਫਲੇ ਸਿੱਖਾਂ ਦੇ ਰੁਕਦੇ ਸੀ ਤੇ ਬੜੇ ਸ਼ਰਧਾਵਾਨ ਸਿੱਖ ਸਨ। ਉਹ ਇਤਿਹਾਸ ਦੇ ਅੰਦਰ ਜੋ ਆਉਂਦਾ ਵੀ ਇਹਨਾਂ ਦੇ ਪੂਜਨੀਕ ਮਾਤਾ ਲੱਦੋ ਜੀ, ਪਿਤਾ ਭਾਈ ਹਰਾ ਸਿੰਘ ਜੀ, ਭਾਈ ਹਰਾ ਸਿੰਘ ਜੀ ਵੀ ਸ਼ਹੀਦ ਹੁੰਦੇ ਆ ਅਨੰਦਪੁਰ ਸਾਹਿਬ ਵਾਲੀ ਜੰਗ ਦੇ ਅੰਦਰ। ਸੋ ਇਸ ਤਰ੍ਹਾਂ ਉਹ ਲੋਕ ਸਿੱਖ ਸੱਜਦੇ ਸੀ ਤੇ ਫਿਰ ਅੰਮ੍ਰਿਤ ਛਕ ਕੇ ਸਿੰਘ ਸੱਜਦੇ ਸਨ ਸਹਿਜੇ ਦੇ ਨਾਲ। ਤੋ ਇੱਕਦਮ ਕੋਈ ਬਰਾਦਰੀ ਕਰਕੇ ਸਿੱਖੀ ਨਹੀਂ ਸੀ ਮਿਲਦੀ ਜਾਂ ਖਾਨਦਾਨਾਂ ਕਰਕੇ ਸਿੱਖੀ ਨਹੀਂ ਸੀ ਮਿਲਦੀ। ਲੋਕਾਈ ਵਿੱਚ ਸਾਰੀ ਮਨੁੱਖਤਾ ਨੂੰ ਜਿਨ੍ਹਾਂ ਨੂੰ ਸਿੱਖੀ ਦੇ ਅਸੂਲ ਚੰਗੇ ਲੱਗਦੇ ਸੀ ਉਹ ਸਿੱਖੀ ਵਿੱਚ ਦਾਖਲ ਹੁੰਦੇ ਸੀ। ਇਸੇ ਤਰ੍ਹਾਂ ਅੱਜ ਹੋ ਰਿਹਾ, ਇਹ ਜਨਮ ਕਰਕੇ ਧਰਮ ਨਹੀਂ ਅਪਣਾਇਆ ਜਾਂਦਾ, ਇਹ ਕਰਮ ਕਰਕੇ ਧਰਮ ਅਪਣਾਇਆ ਜਾਂਦਾ। ਸੋ ਇੱਥੇ ਕੋਈ ਇਦਾਂ ਦੀ ਵਰਨ ਵੰਡ ਨਹੀਂ ਕਿ ਇਸ ਵਰਨ 'ਚ ਜਨਮ ਲੈਣ ਵਾਲਾ ਹੀ ਇਹਦੇ 'ਚ ਦਾਖਲ ਹੋ ਸਕਦਾ। ਸੋ ਇਦਾਂ ਬਹੁ ਗਿਣਤੀ ਸਿੱਖ ਸੱਜਦੀ ਸੀ। ਤੋ ਭਾਈ ਹਰਾ ਸਿੰਘ ਜੀ, ਭਾਈ ਮਾਤਾ ਲੱਦੋ ਜੀ ਦੇ ਗ੍ਰਹਿ ਵਿਖੇ ਬਾਬਾ ਮੋਤੀ ਰਾਮ ਜੀ ਦਾ ਜਨਮ ਹੋਇਆ। ਤੋ ਬਾਬਾ ਮੋਤੀ ਰਾਮ ਜੀ ਕੋਈ ਬਹੁਤ ਬਜ਼ੁਰਗ ਨਹੀਂ ਸੀ, ਲਗਭਗ 35 ਤੋਂ 38 ਸਾਲ ਦੇ ਦਰਮਿਆਨ ਉਹਨਾਂ ਦੀ ਸਰੀਰਕ ਉਮਰ ਸੀ। ਉਹਨਾਂ ਦੇ ਸੁਪੁੱਤਰ 7 ਸਾਲ ਦੇ ਭਾਈ ਨਰੈਣਾ ਜੀ, ਉਹਨਾਂ ਦੀ ਪਤਨੀ ਬੀਬੀ ਭੋਲੀ ਜੀ। ਮੈਂ ਸਮਝਦਾ ਕਿ ਉਹ ਜਿਵੇਂ ਸਿੱਖ ਇਤਿਹਾਸ ਵਿੱਚ ਇੱਕ ਜ਼ਿਕਰ ਆਉਂਦਾ ਕਿ ਜਦੋਂ ਸਰਹੰਦ ਤੇ ਹਮਲਾ ਕਰਨਾ ਹੁੰਦਾ ਸੀ, ਸਰਹੰਦ ਦੇ ਜ਼ਾਲਮਾਂ ਨਾਲ ਜੂਝਣਾ ਹੁੰਦਾ ਸੀ, ਸਿੱਖਾਂ ਨੂੰ ਚਾਅ ਚੜ ਜਾਂਦਾ ਸੀ ਤੇ ਉਹ ਹੱਥਾਂ ਵਿੱਚ ਦਾਤੀਆਂ ਸਾਂਗਾਂ ਲੈ ਕੇ ਤੁਰ ਪੈਂਦੇ ਸੀ। ਉਹਨਾਂ ਦੀ ਇੱਕ ਮਨਸਾ ਸੀ ਕਿ ਜੇ ਸਰਹੰਦ ਦੀ ਧਰਤੀ ਤੇ ਸ਼ਹੀਦ ਹੋਵਾਂਗੇ ਤੇ ਅਸੀਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਵਾਲੀ ਕਤਾਰ 'ਚ ਸ਼ਾਮਲ ਹੋਵਾਂਗੇ। ਤਾਂ ਮੈਂ ਇਹ ਮੰਨਦਾ ਕਿ ਇਤਿਹਾਸ ਜੋ ਸਾਨੂੰ ਦੱਸ ਰਿਹਾ ਕਿ ਬਾਬਾ ਮੋਤੀ ਰਾਮ ਮਹਿਰਾ ਜੀ, ਉਹਨਾਂ ਦਾ ਸਮੁੱਚਾ ਪਰਿਵਾਰ ਉਹ ਮਹਾਂਪੁਰਖ ਨੇ ਜਿਹੜੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਦੀ ਕਤਾਰ ਦੇ ਸਭ ਤੋਂ ਮੋਹਰਲੀ ਅੱਗੇ ਲੱਗਣ ਵਾਲੇ ਸ਼ਹੀਦ ਨੇ। ਉਹਦੇ ਤੋਂ ਬਾਅਦ ਹਜ਼ਾਰਾਂ ਹੋਰ ਸ਼ਹੀਦ ਹੋਏ। ਸੋ ਅਸੀਂ ਉਹਨਾਂ ਨੂੰ ਨਮਸਕਾਰ ਕਰਦੇ ਹਾਂ ਠੰਡੇ ਬੁਰਜ ਤੇ ਖੜ ਕੇ, ਜਿਨ੍ਹਾਂ ਨੇ ਦੁੱਧ ਦੇ ਘੁੱਟਾਂ ਦੇ ਬਦਲੇ ਆਪਣੇ ਪਰਿਵਾਰ ਦਾ ਖੂਨ ਵਹਾ ਦਿੱਤਾ। ਔਰ ਬੜੀ ਹਿਰਦੇ ਵੇਦਕ ਜਿਹਾ ਉਹ ਇਤਿਹਾਸ ਦਾ ਪੰਨਾ ਆ ਕਿ ਜਦੋਂ ਸਾਹਿਬਜ਼ਾਦਿਆਂ ਦੇ ਕੋਲ ਦਰਸ਼ਨ ਕਰਕੇ ਬਾਬਾ ਜੀ ਗਏ ਤੇ ਘਰ ਦਾ ਸਿੱਖੀ ਮਾਹੌਲ ਸੀ, ਇੱਕ ਬੜੀ ਚੰਗਾ ਜਿਹਾ ਵਾਤਾਵਰਨ ਸੀ ਕਿ ਸਾਰਾ ਪਰਿਵਾਰ ਇਕੱਠੇ ਬਹਿ ਕੇ ਪ੍ਰਸ਼ਾਦਾ ਛਕਦਾ ਸੀ। ਤੇ ਜਦੋਂ ਭੋਜਨ ਪੱਕਿਆ, ਪਰਿਵਾਰ ਛਕਣ ਲੱਗਾ ਤੇ ਬਾਬਾ ਜੀ ਮੋਤੀ ਰਾਮ ਮਹਿਰਾ ਜੀ ਦੇ ਮਨ 'ਚ ਆਇਆ ਕਿ ਜੇ ਹੁਣ ਹਿਰਦੇ ਵੇਦਕ ਖਬਰ ਸੁਣਾਈ ਤੇ ਬੱਚਿਆਂ ਨੇ ਰੋਟੀ ਨਹੀਂ ਖਾਣੀ। ਸੋ ਪ੍ਰਸ਼ਾਦਾ ਛਕਣਾ ਸ਼ੁਰੂ ਹੋਇਆ, ਪਰ ਆਪਣੀ ਗ੍ਰਾਹੀ ਜਿਹੜੀ ਸੀ ਉਹ ਅੱਗੇ ਮੂੰਹ ਵਿੱਚ ਪਾਉਣ ਦੀ ਹਿੰਮਤ ਨਾ ਰਹੀ ਉਸ ਗੁਰਸਿੱਖ ਦੇ। ਮਾਂ ਨੇ ਕਿਹਾ, ਪੁੱਤਰ ਤੇਰੀ ਵੇਦਨਾ ਦੱਸਦੀ ਆ, ਕੁਝ ਡਾਢਾ ਵਾਪਰ ਗਿਆ। ਤੇ ਮੋਤੀ ਰਾਮ ਜੀ ਨੇ ਦੱਸਿਆ, ਕਹਿੰਦੇ ਹਾਂ ਮਾਂ, ਗੁਰੂ ਦੇ ਲਾਲ ਸੂਬੇ ਦੀ ਕੈਦ ਵਿੱਚ ਨੇ ਜਿਨ੍ਹਾਂ ਨੂੰ ਉਹ ਜਿੰਦਾ ਛੱਡੇਗਾ। ਸੋ ਦਰਬ ਗਿਆ ਹਿਰਦਾ ਜੀ। ਸਾਰੇ ਪਰਿਵਾਰ ਨੇ ਭੋਜਨ ਨਹੀਂ ਛਕਿਆ ਔਰ ਉਸ ਪਰਿਵਾਰ ਨੂੰ ਨਮਸਕਾਰ ਕਰਦੇ ਹਾਂ ਜੀ। ਬਹੁਤ ਜ਼ਰੂਰੀ ਹੈ, ਮੈਂ ਅਰਜ਼ ਕਰਾਂਗਾ ਕਿ ਜਿੱਥੇ ਅਸੀਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਮਾਂ ਗੁਜਰੀ ਜੀ ਨੂੰ ਨਮਸਕਾਰ ਕਰ ਰਹੇ ਹਾਂ, ਉੱਥੇ ਕੌਮ ਦੇ ਮਹਾਨ ਸ਼ਹੀਦ ਉਸ ਕਤਾਰ ਦੇ ਸਾਰਾ ਸਰਬੰਸ, ਉਹਨਾਂ ਦੇ ਪੁੱਤਰ ਨਰੈਣਾ ਜੀ, ਉਹਨਾਂ ਦੀ ਪਤਨੀ ਬੀਬੀ ਭੋਲੀ ਜੀ, ਮਾਤਾ ਲੱਦੋ ਜੀ, ਉਹਨਾਂ ਦੇ ਪਿਤਾ ਜੀ ਵੀ ਭਾਈ ਹਰਾ ਸਿੰਘ, ਸਭ ਨੂੰ ਅਸੀਂ ਨਮਸਕਾਰ ਕਰਦੇ ਹਾਂ। ਸੋ ਜਾਨ ਜੋਖਮ 'ਚ ਪਾ ਕੇ ਹਕੂਮਤ ਦੀ ਪਰਵਾਹ, ਇਹਨੂੰ ਕੁਰਬਾਨੀ ਕਹਿੰਦੇ ਆ ਵੀ ਭਵਿੱਖ ਕੀ ਹੋਏਗਾ, ਮੇਰੇ ਪਰਿਵਾਰ ਦਾ ਕੀ ਬਣੇਗਾ, ਆਸਾਂ ਸਦਰਾਂ, ਬੱਚੇ, ਬਹੁਤ ਦੂਰ ਤੱਕ ਬੰਦਾ ਸੋਚਦਾ। ਤੂੰ ਆਪਣੀਆਂ ਸਾਰੀਆਂ ਸਦਰਾਂ ਕੁਰਬਾਨ ਕਰ ਦਿੰਦੇ ਆ ਸਾਹਿਬਜ਼ਾਦਿਆਂ ਦੇ ਪਿਆਰ ਵਿੱਚ, ਸਾਰੀਆਂ ਆਸਾਂ ਨੂੰ ਉਹ ਨਿਸ਼ਾਵਰ ਕਰ ਦਿੰਦੇ ਆ, ਆਪਣੇ ਭਵਿੱਖ ਨੂੰ, ਆਪਣੀਆਂ ਖੁਸ਼ੀਆਂ ਨੂੰ, ਸਭ ਕੁਝ ਕੁਰਬਾਨ ਕਰ ਦਿੰਦਾ ਜੋ ਸੇਵਕ ਕੋਲ ਸੀ। ਸੋ ਉਸ ਪਿਆਰੀ ਰੂਹ ਨੂੰ ਬਹੁਤ ਬਹੁਤ ਨਮਸਕਾਰ। ਕੇਵਲ ਬਾਬਾ ਮੋਤੀ ਰਾਮ ਮਹਿਰਾ ਨਹੀਂ, ਜਿਵੇਂ ਤੁਸੀਂ ਗੱਲ ਕੀਤੀ ਕਿ ਉਹਨਾਂ ਦੇ ਮੂੰਹ ਦੇ ਵਿੱਚ ਬੁਰਕੀ ਨਹੀਂ ਸੀ ਜਾ ਰਹੀ ਜਦੋਂ ਰੋਟੀ ਖਾਣ ਲੱਗੇ, ਪ੍ਰਸ਼ਾਦਾ ਛਕਣ ਲੱਗੇ ਪਰਿਵਾਰ ਦੇ ਨਾਲ,
ਹੋਰ ਵੀ ਬਹੁਤ ਸਾਰੇ ਇਹੋ ਜਿਹੇ ਪਰਿਵਾਰ ਹੋਣਗੇ ਇਸ ਧਰਤੀ ਤੇ ਜਦੋਂ ਉਹਨਾਂ ਨੂੰ ਖਬਰ ਪਹੁੰਚੀ ਹੋਏਗੀ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਜਾਂ ਉਹਨਾਂ ਦੀ ਗ੍ਰਿਫਤਾਰੀ ਬਾਰੇ ਜਾਂ ਉਹਨਾਂ ਦੇ ਉੱਪਰ ਢਾਏ ਜਾਂਦੇ ਕਹਿਰ ਬਾਰੇ। ਤੇ ਸੁਭਾਵਕ ਹੈ ਕਿ ਉਹਨਾਂ ਨੇ ਵੀ ਉਸ ਸਮੇਂ ਜਿਹੜੀ ਹੈ ਰੋਟੀ ਨਹੀਂ ਖਾਧੀ ਹੋਏਗੀ, ਉਹਨਾਂ ਨੇ ਵੀ ਬਹੁਤ ਦੁੱਖ ਮਨਾਇਆ ਹੋਏਗਾ। ਅੱਜ ਵੀ ਸੰਗਤਾਂ ਬਹੁਤ ਦੁਖੀ ਹਿਰਦੇ ਨਾਲ ਵੀ ਆਉਂਦੀਆਂ ਨੇ ਤੇ ਵਿਰਾਗਮਈ ਹਿਰਦੇ ਨਾਲ ਵੀ ਆਉਂਦੀਆਂ ਨੇ, ਉਹ ਇਸ ਥਾਂ ਤੇ ਪਹੁੰਚਦੀਆਂ ਨੇ। ਬਾਬਾ ਮੋਤੀ ਰਾਮ ਮਹਿਰਾ ਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ, ਥੋੜਾ ਜਿਹਾ ਹੋਰ ਦੱਸੋ, ਉਹ ਕਿੰਨੀ ਕੁ ਵਾਰੀ ਦੁੱਧ ਪਿਆ ਕੇ ਗਏ ਸੀ ਇਸ ਥਾਂ ਤੇ ਕਿਹੜੇ ਰਸਤੇ ਤੋਂ ਆਏ ਸੀ? ਕਿਉਂਕਿ ਇਹ ਬੁਰਜ ਉੱਚਾ ਸੀ, ਕਾਫੀ ਉਚਾਈ ਤੇ ਸੀਗਾ ਤੇ ਉਸ ਸਮੇਂ ਵੱਡੀ ਸਿਕਿਉਰਿਟੀ ਲੱਗੀ ਹੋਈ ਸੀ, ਹਰ ਪਾਸੇ ਵਜ਼ੀਰ ਖਾਨ ਦੇ ਸਿਪਾਹੀ ਨਜ਼ਰ ਆਉਂਦੇ ਸੀ। ਬੜਾ ਔਖਾ ਹੋਇਆ ਹੋਵੇਗਾ, ਕਿਹੜੇ ਰਸਤੇ ਤੋਂ ਆਏ, ਕਿਵੇਂ ਦੁੱਧ ਪਿਆਇਆ? ਇਤਿਹਾਸ ਵਿੱਚ ਇਹ ਵੀ ਆਉਂਦਾ ਕਿ ਠੰਡੇ ਬੁਰਜ ਦੇ ਨਾਲ ਇੱਕ ਬਹੁਤ ਵੱਡਾ ਬੋੜ ਦਾ ਪੁਰਾਣਾ, ਜਿਹੜੇ ਬੋੜ ਪਿੱਪਲ ਵਗੈਰਾ ਹੁੰਦੇ ਸੀ, ਵੱਡੇ ਰੁੱਖ ਸੀ, ਉਹ ਐਸਾ ਇੱਕ ਰੁੱਖ ਸੀ। ਤੇ ਪਹਿਲੇ ਦਿਨ ਉਹ ਰੁੱਖ ਦੀਆਂ ਲਟਕਦੀਆਂ ਹੋਈਆਂ ਜਿਹੜੀਆਂ ਜੜ੍ਹਾਂ ਸੀ ਉਹਨਾਂ ਦਾ, ਕਿਉਂਕਿ ਅੱਗੇ ਹਾਕਮਾਂ ਦੇ ਬਹੁਤ ਸਖਤ ਪਹਿਰੇ ਸਨ, ਸੋ ਉਹ ਦਾ ਆਸਰਾ ਲੈ ਕੇ ਔਰ ਇੱਥੇ ਠੰਡੇ ਬੁਰਜ ਵਿੱਚ ਖੜੇ ਸਿਪਾਹੀਆਂ ਨੂੰ ਆਪਣੀ ਪਤਨੀ ਦੇ ਜੋ ਵੀ ਬਚਿਆ ਖੁਚਿਆ ਘਰ ਵਿੱਚ ਜੋ ਵੀ ਸੀ ਉਹ ਉਹਨਾਂ ਨੂੰ ਦੇ ਕੇ, ਉਹਨਾਂ ਦਾ ਮੂੰਹ ਬੰਦ ਕਰਵਾ ਕੇ, ਕਿਉਂ ਲੋਭੀ ਸਨ ਹਾਕਮ, ਤੋਂ ਅੰਦਰ ਮਨਸਾ ਸੀ ਕਿ ਮੇਰਾ ਧਨ ਕੁਰਬਾਨ ਹੋ ਜਾਏ, ਮੇਰੇ ਪਰਿਵਾਰ ਦਾ ਤਨ ਕੁਰਬਾਨ ਹੋ ਜਾਏ, ਕਿਉਂਕਿ ਮਨ ਦੀ ਭਾਵਨਾ ਸੀ। ਸੋ ਜੋ ਕੁਝ ਸੀ ਉਹਨਾਂ ਨੇ ਧਨ ਮਨ ਧਨ ਸਭ ਕੁਰਬਾਨ ਕਰ ਦਿੱਤਾ। ਸੋ ਪਹਿਲਾਂ ਇਹ ਵੀ ਇਤਿਹਾਸ ਵਿੱਚ ਆਉਂਦਾ ਕਿ ਉਹ ਇਸ ਰੁੱਖ ਦੀਆਂ ਜੜ੍ਹਾਂ ਨੂੰ ਫੜ ਕੇ ਅਸ਼ੋਪਲੇ ਜੇ ਆ ਕੇ ਆਪਣੀ ਸੇਵਾ ਨਿਭਾਉਂਦੇ ਰਹੇ ਔਰ ਹਾਕਮਾਂ ਨੂੰ ਉਹਨਾਂ ਦੇ ਲੋਭ ਦੇ ਮੂਜਬ ਟੁਕੜਾ ਪਾ ਕੇ ਆਪਣੇ ਘਰ ਦੀ ਜੋ ਸੰਪਤੀ ਸੀ ਉਹ ਕੁਰਬਾਨ ਕਰਕੇ ਦੁੱਧ ਪਿਆਉਂਦੇ ਰਹੇ। ਬਾਬਾ ਮੋਤੀ ਰਾਮ ਮਹਿਰਾ ਤੇ ਉਹਨਾਂ ਦੀ ਪਰਿਵਾਰ ਦੀ ਸ਼ਹਾਦਤ ਕਿਵੇਂ ਹੁੰਦੀ ਹੈ? ਉਹਨਾਂ ਦੇ ਉੱਪਰ ਬਾਅਦ ਦੇ ਵਿੱਚ ਕੀ ਜ਼ੁਲਮ ਢਾਏ ਜਾਂਦੇ ਆ ਵਜ਼ੀਰ ਖਾਨ ਦੇ ਵੱਲੋਂ? ਜੋ ਇਤਿਹਾਸ ਚੋਂ ਪਰਤਾਂ ਖੁੱਲਦੀਆਂ ਕਿ ਇੱਥੇ ਸਰਹੰਦ ਵਿੱਚ ਇੱਕ ਮਨਸੂਰੀ ਮਹੱਲਾ ਸੀ, ਉੱਥੇ ਉਹਨਾਂ ਦਾ ਵਾਸਾ ਸੀ। ਮੈਂ ਬਜ਼ੁਰਗ ਜਿਹੜੇ ਨੇ ਇੱਥੋਂ ਦੇ, ਉਹਨਾਂ ਕੋਲ ਸੀਨਾ ਬਸੀਨਾ ਬਹੁਤ ਕੁਝ ਪੁੱਛਿਆ ਤੇ ਉਹਨਾਂ ਨੇ ਸ਼ਾਦੀ ਭਰੀ ਹੈ ਕਿ ਇੱਥੇ ਜੱਟਪੁਰਾ ਮਹੱਲਾ ਹੈ, ਉਹਦੇ ਨਾਲ ਜਿਹੜਾ ਇਲਾਕਾ ਹੈ ਉਹਨੂੰ ਪੁਰਾਣੇ ਸਮੇਂ 'ਚ ਜਿਹੜੇ ਬਜ਼ੁਰਗ 70 80 90 ਸਾਲ ਦੇ, ਉਹ ਕਹਿੰਦੇ ਇਹਨੂੰ ਮਨਸੂਰੀ ਮਹੱਲਾ ਕਿਹਾ ਜਾਂਦਾ ਸੀ। ਤੋਂ ਅਸੀਂ ਬਾਬਾ ਜੀ ਦੀ ਯਾਦ ਨੂੰ ਜਿੰਦਾ ਕਰਨ ਲਈ, ਲੋਕਾਂ ਦੇ ਦਿਲਾਂ ਤੱਕ ਪਹੁੰਚਾਉਣ ਲਈ ਉੱਥੋਂ ਇੱਕ ਨਗਰ ਕੀਰਤਨ ਦਾ ਵੀ ਇੱਕ ਵਾਰੀ ਆਯੋਜਨ ਕੀਤਾ ਸੀ, ਤਾਂ ਕਿ ਇੱਕ ਅਹਿਸਾਸ ਹੋਏ ਕਿ ਇੱਥੇ ਬਾਬਾ ਜੀ ਦਾ ਵਾਸਾ ਸੀ। ਹਾਲਾਂਕਿ ਸਾਨੂੰ ਉਹ ਘਰ ਵਾਲੀ ਜਗ੍ਹਾ ਨਹੀਂ ਮਿਲ ਸਕੀ, ਪਰ ਮਤਲਬ ਉਹਨਾਂ ਦਾ ਜਿਹੜੀ ਹੈ ਇਹ ਸਬੂਤ ਨੇ ਵੀ ਇੱਥੇ ਉਹਨਾਂ ਦਾ ਜਿਹੜਾ ਸੀ ਉਹ ਪਰਿਵਾਰ ਵੱਸਦਾ ਸੀ। ਸੰਗਤਪੁਰ ਸੋਢੀਆਂ ਪਿੰਡ ਹੈ ਇੱਕ, ਉੱਥੋਂ ਨਾਲ ਵੀ ਇਤਿਹਾਸ ਨੇ ਉਹਨਾਂ ਦੇ ਪਿਛੋਕੜ ਨੂੰ ਜੋੜਿਆ ਵੀ ਉੱਥੇ ਵੀ ਕੁਝ ਮਹਿਰਿਆਂ ਦੇ ਇਸ ਬਰਾਦਰੀ ਦੇ ਘਰ ਸਨ ਜਿਨ੍ਹਾਂ ਨੇ ਸਿੱਖੀ ਧਾਰਨ ਕਰਕੇ ਫਿਰ ਜਾਤ ਪਾਤ ਤੋਂ ਉੱਪਰ ਹੋ ਗਏ। ਸੋ ਇੱਕ ਇਤਿਹਾਸ ਫਿਰ ਜ਼ਿਕਰ ਕਰਦਾ ਚੌਂਕ ਤੇਲੀਆਂ, ਜਿਹਦੇ ਵਿੱਚ ਬਾਬਾ ਜੀ ਨੂੰ ਇੱਕ ਵੱਡੀ ਲੱਕੜ ਦੀ ਕੁਲਾੜੀ ਬਣਾ ਕੇ, ਜਿਹਦੇ ਵੱਡੇ ਵੱਡੇ ਮੋਛਿਆਂ ਦੇ ਵਿੱਚ ਦੀ ਸਰੀਰ ਨੂੰ ਲੰਘਾ ਕੇ ਤੋੜ ਦਿੱਤਾ ਗਿਆ, ਜਿਵੇਂ ਗੰਨੇ ਨੂੰ ਕੁਲਾੜੀ 'ਚ ਤੋੜਿਆ ਜਾਂਦਾ। ਹਾਂ, ਤਾਂ ਉਹ ਜਦੋਂ ਸਰੀਰ ਟੁੱਟਿਆ ਪੂਰੀ ਤਰ੍ਹਾਂ, ਸਰੀਰ ਦਾ ਜ਼ਖਮ, ਸਰੀਰ ਅੰਗ ਅੰਗ ਛਿੱਲਿਆ ਗਿਆ, ਇੰਨੇ ਵਜ਼ਨ ਦੇ ਨਾਲ ਜਿਵੇਂ ਗੰਨੇ 'ਚੋਂ ਰਸ ਨਿਚੋੜਿਆ ਜਾਂਦਾ, ਇਦਾਂ ਸਰੀਰ ਪੀੜ ਕੇ ਰੱਖ ਦਿੱਤਾ। ਪਹਿਲਾਂ ਅੱਖਾਂ ਦੇ ਸਾਹਮਣੇ ਉਹਨਾਂ ਦੇ ਪੁੱਤਰ ਨਰਾਇਣਾ ਜੀ ਨੂੰ ਪੀੜਿਆ ਗਿਆ, ਉਹਨਾਂ ਦੀ ਬਿਰਧ ਮਾਂ ਨੂੰ ਪੀੜਿਆ ਗਿਆ, ਉਹਨਾਂ ਦੀ ਪਤਨੀ ਨੂੰ, ਤਾਂ ਕਿ ਇਹ ਸਾਰਾ ਨਜ਼ਾਰਾ ਅਸਲ 'ਚ ਹਾਕਮਾਂ ਦੀ ਮਨਸਾ ਸੀ ਦਹਿਸ਼ਤ ਪੈਦਾ ਕਰਨ ਦੀ, ਲੋਕਾਂ 'ਚ ਖੌਫ ਪੈਦਾ ਕਰਨ ਦੀ, ਕਿ ਕੋਈ ਦੁਬਾਰਾ ਸੱਚ ਬੋਲਣ ਵਾਲਿਆਂ ਦੀ ਮਦਦ ਨਾ ਕਰੇ, ਜ਼ੁਲਮ ਵਿਰੁੱਧ ਖੜਨ ਵਾਲਿਆਂ ਦੀ ਮਦਦ ਨਾ ਕਰੇ। ਹਾਕਮ ਦਹਿਸ਼ਤਗਰਦ ਹੋ ਗਏ ਤੇ ਉਹਨਾਂ ਨੇ ਸਾਰੇ ਬਾਜ਼ਾਰ ਦੁਨੀਆ ਦੇ ਸਾਹਮਣੇ ਜਿਸਮਾਂ ਨੂੰ ਇੰਨੀ ਬੁਰੀ ਤਰ੍ਹਾਂ ਪੀੜਿਆ ਕਿ ਸਰੀਰ ਦਾ ਖੂਨ ਨਿਚੋੜ ਕੇ ਰੱਖ ਦਿੱਤਾ। ਪਰ ਧੰਨ ਸਿਦਕੀ ਸੇਵਕ, ਉਹਨਾਂ ਸਾਰਾ ਕੁਝ ਅੱਖਾਂ ਸਾਹਮਣੇ ਬਰਦਾਸ਼ਤ ਕੀਤਾ, ਧਰਮ ਨਹੀਂ ਹਾਰਿਆ, ਗੁਰੂ ਦੇ ਪ੍ਰੇਮ ਵਿੱਚ ਰੰਗੇ ਹੋਏ ਨੇ, ਸੇਵਾ ਵੀ ਕੀਤੀ ਤੇ ਕੁਰਬਾਨੀ ਵੀ ਕੀਤੀ। ਜਿਹੜਾ ਜ਼ਾਲਮ ਹਾਕਮ ਹੁੰਦਾ ਉਹ ਹਮੇਸ਼ਾ ਹੀ ਆਪਣੀ ਮਨਮਾਨੀ ਕਰਦਾ ਹੈ, ਜ਼ੁਲਮ ਢਾਉਂਦਾ ਹੈ ਤੇ ਜ਼ੁਲਮ ਢਾ ਕੇ ਉਹ ਸੁਨੇਹਾ ਦੇਣਾ ਚਾਹੁੰਦਾ ਹੈ ਕਿ ਜੇਕਰ ਮੇਰੇ ਖਿਲਾਫ ਕੋਈ ਆਵਾਜ਼ ਬੁਲੰਦ ਕਰੇਗਾ ਤੇ ਉਸ ਦਾ ਇਹ ਹਸ਼ਰ ਕੀਤਾ ਜਾਏਗਾ। ਬਕਾਇਦਾ ਵਜ਼ੀਰ ਖਾਨ ਨੇ ਵੀ ਛੋਟੇ ਸਾਹਿਬਜ਼ਾਦਿਆਂ ਤੇ ਜ਼ੁਲਮ ਢਾਇਆ, ਮਾਤਾ ਗੁਜਰੀ ਜੀ ਤੇ ਜ਼ੁਲਮ ਢਾਇਆ, ਬਾਬਾ ਮੋਤੀ ਰਾਮ ਮਹਿਰਾ ਜੀ ਦਾ ਸਾਰਾ ਪਰਿਵਾਰ ਪੀੜ ਦਿੱਤਾ, ਉਹਨਾਂ ਨੂੰ ਸ਼ਹੀਦ ਕੀਤਾ। ਉਹ ਵੀ ਇਹੀ ਸੁਨੇਹਾ ਦੇਣਾ ਚਾਹੁੰਦਾ ਸੀ ਕਿ ਜੇਕਰ ਕੋਈ ਅੱਗੇ ਤੋਂ ਆਵਾਜ਼ ਆਏਗਾ ਤਾਂ ਉਸ ਦਾ ਇਹ ਹਸ਼ਰ ਕੀਤਾ ਜਾਏਗਾ। ਤੁਹਾਨੂੰ ਕੀ ਲੱਗਦਾ ਹੈ ਅੱਜ ਦੀ ਤਰੀਕ ਦੇ ਵਿੱਚ ਸਿੱਖ ਕਿੱਥੇ ਖੜੇ ਆ? ਅੱਜ ਦੀਆਂ ਸਰਕਾਰਾਂ ਕੀ ਕਰਦੀਆਂ ਨੇ? ਤੇ ਅੱਜ ਦੇ ਮਾਹੌਲ ਦੇ ਮੁਤਾਬਕ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ, ਅੱਜ ਦੀ ਸੰਗਤ ਨੂੰ ਕੀ ਸੁਨੇਹਾ ਦਈਏ ਇਸ ਮੌਕੇ ਤੇ, ਜੇਕਰ ਸੁਨੇਹਾ ਦੇਣਾ ਹੋਵੇ? ਮੈਂ ਬੜੇ ਮਾਣ ਨਾਲ ਕਹਿੰਦਾ ਵੀ ਇਹ ਦੇਸ਼ ਸਾਡਾ ਹੈ, ਸਾਡੇ ਕਰਕੇ ਹੈ। ਅਸੀਂ 90-95% ਇਹਦੇ ਲਈ ਕੁਰਬਾਨੀਆਂ ਕੀਤੀਆਂ, ਸਾਡੇ ਪੁਰਖਿਆਂ ਨੇ ਆਪਣੀਆਂ ਜ਼ਮੀਨਾਂ ਕੁਰਕ ਕਰਵਾਈਆਂ, ਕਾਲੇ ਪਾਣੀ ਦੀਆਂ ਸਜ਼ਾਵਾਂ ਕੱਟੀਆਂ, ਫਾਂਸੀ ਦੇ ਰੱਸੇ ਚੁੰਮੇ ਨੇ, ਜਿਹੜਾ ਸਾਡੇ ਕਰਕੇ ਸਾਡਾ ਹੱਕ ਹੈ ਤੇ ਅਸੀਂ ਮਾਣ ਨਾਲ ਕਹਿੰਦੇ ਹਾਂ ਵੀ ਸਾਡਾ ਦੇਸ਼ ਹੈ। ਪਰ ਸਾਨੂੰ ਬੇਗਾਨਗੀ ਦਾ ਅਹਿਸਾਸ ਨਹੀਂ ਕਰਵਾਇਆ ਜਾਂਦਾ ਰਿਹਾ। ਮੁੱਢ ਤੇ ਉਦੋਂ ਵੱਜ ਗਿਆ ਜਦੋਂ ਸਰਦਾਰ ਕਪੂਰ ਸਿੰਘ ਨੂੰ
ਵਿਸਾਖੀ ਦੀ ਛੁੱਟੀ ਵਾਲੇ ਦਿਨ ਅੱਧੀ ਰਾਤ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਗਿਆ, ਜਿਹਦਾ ਸਿਰਫ ਦੋਸ਼ ਇਹ ਸੀ ਉਹਨਾਂ ਦੀ ਲਿਖਿਤ ਸਾਚੀ ਸਾਖੀ ਦੇ ਅਨੁਸਾਰ ਕਿ ਉਹਨਾਂ ਨੇ ਉਹ ਚਿੱਠੀ ਨੂੰ ਦੁਨੀਆ ਸਾਹਮਣੇ ਲਿਆਂਦਾ ਜਿਹੜੀ ਨਹਿਰੂ ਦੇ ਪ੍ਰਸ਼ਾਸਨ ਵੱਲੋਂ ਆਈ ਸੀ ਕਿ ਸਿੱਖ ਜਰਾਇਮ ਪੇਸ਼ਾ ਨੇ। ਸੋ ਉਸ ਦਿਨ ਤੋਂ ਮੁੱਢ ਵੱਧ ਜਾਂਦਾ ਸਿੱਖਾਂ ਨੂੰ ਅਹਿਸਾਸ ਕਰਾਉਂਦਾ ਕਿ ਤੁਸੀਂ ਸਿਰਫ ਇਸ ਦੇਸ਼ ਲਈ ਮਰਨ ਵਾਸਤੇ ਹੋ, ਭਾਵੇਂ ਬਾਰਡਰਾਂ ਤੇ ਮਰੋ, ਭਾਵੇਂ ਆਜ਼ਾਦੀ ਵਾਸਤੇ ਮਰੋ। ਅੱਜ ਵੀ ਸਿੱਖ ਕੁਰਬਾਨੀਆਂ ਦੇ ਰਹੇ ਨੇ, ਨਿਤ ਪੰਜਾਬ ਦੀ ਧਰਤੀ ਤੇ ਲਾਸ਼ਾਂ ਆ ਰਹੀਆਂ ਸਾਡੇ ਪੁੱਤਾਂ ਦੀਆਂ, ਭਰਾਵਾਂ ਦੀਆਂ। ਅਸੀਂ ਪਿੱਛੇ ਨਹੀਂ ਹਟਦੇ, ਅਸੀਂ ਜਾਨ ਕੁਰਬਾਨ ਕਰਾਂਗੇ ਜਦੋਂ ਵੀ ਲੋੜ ਪਏਗੀ। ਬਿਲਕੁਲ। ਹੁਣ ਧਰਨੇ ਦੀ ਗੱਲ ਕਰੀਏ ਤੇ ਧਰਨੇ ਦੇ ਵਿੱਚ ਵੀ ਬਹੁਤ ਸਾਰੇ ਸਿੱਖ ਪਹੁੰਚੇ ਹੋਏ ਨੇ, ਭਾਵੇਂ ਕਿ ਹਰ ਸਾਲ ਉਹ ਇਸ ਥਾਂ ਤੇ ਆਉਂਦੇ ਸੀ। ਅੱਜ ਉਹ ਧਰਨੇ ਦੇ ਵਿੱਚ ਮੌਜੂਦ ਨੇ, ਦਿੱਲੀ ਦੇ ਵਿੱਚ ਮੌਜੂਦ ਨੇ, ਪਰ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਕਲਾ ਹੈ ਉਹ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੀ ਵਰਤ ਰਹੀ ਹੈ। ਭਾਵੇਂ ਕਿ ਉਹ ਉੱਥੇ ਨੇ ਸਰੀਰਕ ਤੌਰ ਤੇ, ਪਰ ਜ਼ਰੂਰ ਉਹਨਾਂ ਦਾ ਮਨ ਇਸ ਧਰਤੀ ਤੇ ਹੋਏਗਾ। ਤੁਸੀਂ ਤਾਂ ਹੋ ਕੇ ਆਏ ਹੋ, ਕੀ ਮਹਿਸੂਸ ਕਰਦੇ ਨੇ? ਬਿਲਕੁਲ ਜੀ, ਉਹ ਠੰਡੇ ਬੁਰਜ ਦੀ ਯਾਦ ਜਿਹੜੀ ਹੈ ਨਾ, ਬਾਬਾ ਬੰਦਾ ਸਿੰਘ ਇਤਿਹਾਸ ਕਹਿੰਦਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਦੋਂ ਅੱਤ ਦਾ ਤਸ਼ੱਦਦ ਕਰਕੇ ਫਰਕਸ਼ੀਅਰ ਮਾਰ ਰਿਹਾ ਸੀ ਤੇ ਉਹਨਾਂ ਨੇ ਚੇਤਾ ਕਰਵਾਇਆ, ਕਹਿਣ ਲੱਗੇ ਇਸੇ ਤਰ੍ਹਾਂ ਤੇਰੇ ਗੁਰੂ ਦੇ ਲਾਲਾਂ ਦੇ ਜਿਸਮਾਂ ਨੂੰ ਅਸੀਂ ਖੂਨ ਵਹਾਇਆ ਸੀ, ਜੇਵਾ ਕੀਤਾ ਸੀ, ਜਿਵੇਂ ਤੇਰੇ ਪੁੱਤਰ ਦਾ ਕਾਲਜਾ ਕਰਨ ਲੱਗਿਆ। ਤੇ ਬਾਬਾ ਜੀ ਨੇ ਇੱਕ ਗੱਲ ਕਹੀ ਸੀ ਕਿ ਤੁਹਾਡਾ ਧੰਨਵਾਦ, ਉਹਨਾਂ ਦਾ ਸਿਮਰਨ ਸਾਡੇ ਅੰਦਰ ਬਲ ਪੈਦਾ ਕਰਦਾ, ਉਹਨਾਂ ਦੀ ਯਾਦ ਸਾਡੇ ਅੰਦਰ ਤਾਕਤ ਲਿਆਂਦੀ ਹੈ, ਸੱਤਿਆ ਲਿਆਂਦੀ ਹੈ। ਤੁਸੀਂ ਸਾਨੂੰ ਉਹਨਾਂ ਦਾ ਯਾਦ ਦਵਾ ਦਿੱਤੀ। ਸੋ ਇਹ ਪੋਹ ਦਾ ਮਹੀਨਾ, ਇਹ ਸੀਤ, ਭਾਵੇਂ ਉਹ ਕਿਸਾਨੀ ਕਿਤੇ ਵੀ ਬੈਠੀ ਹੋਈ ਹੈ ਜਾਂ ਕਿਤੇ ਵੀ ਸਿੱਖ ਬੈਠਾ ਹੋਇਆ, ਉਹਨਾਂ ਦੇ ਅੰਦਰ ਜਦੋਂ ਸਾਹਿਬਜ਼ਾਦਿਆਂ ਦੀ ਯਾਦ ਆਉਂਦੀ ਹੈ, ਠੰਡਾ ਬੁਰਜ ਚੇਤੇ ਆਉਂਦਾ ਤੇ ਸੱਤਿਆ ਮਿਲਦੀ, ਤਾਕਤ ਮਿਲਦੀ ਹੈ। ਉੱਥੇ ਬੈਠ ਕੇ ਅੱਜ ਵੀ ਉਹ ਵੀਰ ਰੱਬ ਦੀ ਬੰਦਗੀ ਕਰ ਰਹੇ ਨੇ, ਪਰਉਪਕਾਰ ਕਰ ਰਹੇ ਨੇ, ਨਾ ਉਹ ਸ਼ੀਸ਼ੇ ਭੰਨ ਰਹੇ ਨੇ, ਨਾ ਉਹ ਅੱਗਾਂ ਲਾ ਰਹੇ ਨੇ। ਬੜੇ ਸਹਿਜ ਵਿੱਚ ਸਾਧੂ ਸੰਤਾਂ ਵਾਂਗ ਕਿਰਤ ਕਰਨ ਵਾਲੇ ਜਿਹੜੇ ਪੁਰਖ ਨੇ, ਉਹ ਬੈਠੇ ਆਪਣੇ ਹੱਕ ਮੰਗ ਰਹੇ ਨੇ। ਬਸ ਹਾਕਮ ਹਠੀ ਹੋ ਕੇ ਆਪਣਾ ਰੂਪ ਔਰੰਗਜ਼ੇਬ ਵਰਗਾ ਬਣਾਈ ਬੈਠਾ। ਸ਼ਰਧਾਵਾਨ ਤੇ ਅੱਜ ਵੀ ਬਾਬਾ ਮੋਤੀ ਰਾਮ ਮਹਿਰੇ ਵਰਗੇ ਦੁੱਧ ਪਿਆ ਰਹੇ ਉੱਥੇ। ਆਖਰੀ ਸਵਾਲ ਭਾਈ ਸਾਹਿਬ, ਕਵੀ ਅੱਲਾ ਯਾਰ ਖਾਨ ਹੋਏ ਨੇ, ਉਹਨਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਬਾਰੇ ਵੀ ਬਹੁਤ ਕਮਾਲ ਦਾ ਲਿਖਿਆ ਆਪਣੀ ਕਲਮ ਦੇ ਨਾਲ, ਤੇ ਸਾਹਿਬਜ਼ਾਦਿਆਂ ਬਾਰੇ ਵੀ ਉਹਨਾਂ ਨੇ ਬਹੁਤ ਕਮਾਲ ਦਾ ਲਿਖਿਆ। ਜਦੋਂ ਵਜ਼ੀਰ ਖਾਨ ਜ਼ੁਲਮ ਢਾਉਂਦਾ ਹੈ ਸਾਹਿਬਜ਼ਾਦਿਆਂ ਦੇ ਉੱਪਰ, ਸਾਹਿਬਜ਼ਾਦਿਆਂ ਨੂੰ ਸਰੀਰਕ ਤੌਰ ਤੇ ਤਾਂ ਸ਼ਹੀਦ ਕਰ ਦਿੰਦਾ ਹੈ, ਬਾਬਾ ਮੋਤੀ ਰਾਮ ਮਹਿਰਾ ਦੇ ਪਰਿਵਾਰ ਨੂੰ ਵੀ ਪੀੜ ਦਿੰਦਾ ਹੈ, ਜ਼ੁਲਮ ਢਾਉਂਦਾ ਹੈ, ਪਰ ਉਸ ਤੋਂ ਬਾਅਦ ਸਰਹੰਦ ਦੀ ਜਿਹੜੀ ਇੱਟ ਨਾਲ ਇੱਟ ਕਿਵੇਂ ਖੜਕਦੀ ਹੈ, ਸਰਹੰਦ ਦਾ ਕਿਵੇਂ ਨਾਮੋ ਨਿਸ਼ਾਨ ਮਿਟਦਾ ਹੈ, ਉਸ ਸਮੇਂ ਕਵੀ ਅੱਲਾ ਯਾਰ ਖਾਨ ਨੇ ਆਪਣੀ ਕਲਮ ਦੇ ਨਾਲ ਇਸ ਬਾਰੇ ਕੀ ਲਿਖਿਆ, ਉਹ ਜ਼ਰੂਰ ਦੱਸੋ। ਉਹ ਬੜਾ ਸੂਖਮ, ਬੜਾ ਦਾਰਸ਼ਨਿਕ ਸੰਦੇਸ਼ ਹੈ ਕਵੀ ਅੱਲਾ ਯਾਰ ਖਾਨ। ਜਿੱਥੇ ਉਹ ਜਜ਼ਬਾਤੀ ਨੇ, ਉੱਥੇ ਉਹ ਬਹੁਤ ਦਾਰਸ਼ਨਿਕ ਨੇ। ਵੀ ਜਦੋਂ ਵੀ ਹਕੂਮਤਾਂ ਜ਼ੁਲਮ ਕਰਦੀਆਂ, ਸੁਨੇਹਾ ਬੜਾ ਪਿਆਰਾ ਹੈ ਤੇ ਸਦਾ ਹਾਕਮਾਂ ਨੂੰ ਚੇਤੇ ਰੱਖਣਾ ਚਾਹੀਦਾ ਕਿ ਜਦੋਂ ਵੀ ਹਕੂਮਤਾਂ ਪਰਜਾ ਤੇ ਮਜ਼ਲੂਮਾਂ ਤੇ ਜ਼ੁਲਮ ਕਰਦੀਆਂ, ਬਹੁਤਾ ਸਮਾਂ ਨਹੀਂ ਲੱਗਦਾ, ਜ਼ੁਲਮੀ ਰਾਜ ਦਾ ਅੰਤ ਹੋ ਜਾਂਦਾ ਔਰ ਬਹੁਤ ਬੁਰੀ ਤਰ੍ਹਾਂ ਨਾਲ ਹੁੰਦਾ। ਜਿੱਥੇ ਸਾਨੂੰ ਇਹ ਧਰਮ ਦੀ ਸਿੱਖਿਆ ਸਾਹਿਬਜ਼ਾਦਿਆਂ ਤੋਂ ਮਿਲਦੀ ਹੈ, ਉੱਥੇ ਜਿਹੜੇ ਨੈਗੇਟਿਵ ਸੋਚ ਵਾਲੇ, ਉਹਨਾਂ ਨੂੰ ਵੀ ਇਹ ਪ੍ਰੇਰਨਾ ਲੈਣੀ ਚਾਹੀਦੀ ਹੈ ਕਿ ਵੱਡੇ ਵੱਡੇ 750 ਸਾਲ ਰਾਜ ਕਰਨ ਵਾਲੇ ਡਿਕਟੇਟਰ, ਜਿਨ੍ਹਾਂ ਦੇ ਪੁੱਛਿਆਂ ਪਰਿੰਦਾ ਪਰ ਨਹੀਂ ਸੀ ਮਾਰਦਾ, ਉਹਨਾਂ ਦਾ ਨਾਮੋ ਨਿਸ਼ਾਨ ਮਿਟ ਗਿਆ। ਸੋ ਇੰਨਾ ਜਜ਼ਬਾ, ਇੰਨਾ ਜੋਸ਼ ਪੈਦਾ ਕੀਤਾ ਇਸ ਸੱਚ ਦੀ ਆਵਾਜ਼ ਨੇ, ਇਸ ਕੁਰਬਾਨੀ ਨੇ, ਕਿ 40,000 ਸਿਰਫ ਪੌਣੇ 5 ਸਾਲਾਂ ਬਾਅਦ ਚੱਪੜਚਿੜੀ ਦੇ ਮੈਦਾਨ 'ਚ 40,000 ਮਰਜੀਵੜੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ 'ਚ ਇਕੱਠੇ ਹੁੰਦੇ ਆ ਤੇ ਇਹਦੀ ਸਲਤਨਤ ਦਾ ਨਾਸ਼ ਕਰਕੇ, ਪੂਰੀ ਤਰ੍ਹਾਂ ਤਹਿਸ਼ ਨਹਿਸ਼ ਕਰਕੇ ਇੱਥੇ ਧਰਮ ਦਾ ਰਾਜ, ਹਲੀਮੀ ਰਾਜ, ਸਿੱਖ ਰਾਜ ਕਾਇਮ ਕਰਦੇ ਆ। ਸੋ ਜਦੋਂ ਵੀ ਜ਼ੁਲਮ ਹੋਏਗਾ ਤੇ ਉਹ ਵੀ ਇੱਕ, ਮੈਂ ਕਹਿੰਦਾ ਵੀ ਸਬੱਬ ਬਣਦਾ, ਜਿਵੇਂ ਸਾਰਿਆਂ ਨੂੰ ਇਕੱਠੇ ਕਰਨ ਦਾ। ਅੱਜ ਸਾਰਾ ਦੇਸ਼ ਇਕੱਠਾ ਹੋ ਗਿਆ ਤੇ ਰੱਬ ਕਰੇ ਇਸੇ ਤਰ੍ਹਾਂ ਸਾਡੀ ਤੇ ਅਰਦਾਸ ਹੈ ਕਿ ਇਸ ਦੇਸ਼ ਵਿੱਚ ਧਰਮ ਦਾ ਰਾਜ, ਹਲੀਮੀ ਰਾਜ, ਜਿਹੜਾ ਸਾਡਾ ਮਕਸਦ ਵੀ ਹੈ, ਉਹ ਜ਼ਰੂਰ ਸਥਾਪਿਤ ਹੋਵੇ। ਕਵੀ ਅੱਲਾ ਯਾਰ ਖਾਨ ਦਾ ਸ਼ੇਰ ਜ਼ਰੂਰ ਸੁਣਾਓ। ਸੰਗਤ ਬਹੁਤ ਕਵੀ ਅੱਲਾ ਯਾਰ ਖਾਨ ਦੇ ਜਿਹੜੇ ਸ਼ੇਰ ਉਹ ਸੁਣਨਾ ਚਾਹੁੰਦੀ ਹੈ। ਉਹ ਸ਼ੇਰ ਜਿਹੜੇ ਉਹਨਾਂ ਨੇ ਖਾਸ ਕਰਕੇ ਠੰਡੇ ਬੁਰਜ ਨਾਲ ਸੰਬੰਧਿਤ ਹੋਣ, ਜਾਂ ਉਹਨਾਂ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸੰਬੰਧਿਤ ਉਹਨਾਂ ਨੇ ਲਿਖੇ ਹੋਣ। ਬਿਲਕੁਲ ਜੀ, ਇਸ ਬੁਰਜ ਦੇ ਵਿੱਚੋਂ ਹੀ ਆਵਾਜ਼, ਉਹ ਸਨੇਹ, ਉਹ ਆਪਣਾ ਤੋਂ ਮਾਂ ਦੀ ਰੱਜ ਕੇ ਮਮਤਾ ਜਿਹੜੀ ਸੀ, ਇਸ ਬੁਰਜ ਦੇ ਵਿੱਚੋਂ ਉਹਦੀ ਮਹਿਕ ਆਉਂਦੀ ਆ। ਜਦੋਂ ਮਾਂ ਜੀ ਨੇ ਲਾਲਾਂ ਨੂੰ ਕਿਹਾ, ਉਹ ਗਲੇ ਸੇ ਲਗਾ ਲੂੰ, ਹੈ ਨਾ, ਆਓ ਜਾਣੇ ਸੇ ਪਹਿਲੇ ਗਲੇ ਲਗਾ ਤੋ ਲੂੰ, मरने से पहले आओ केसों में कंघी कर दूं, मुंह दुला तो लूं, आओ जाने से पहले गले लगा तो लूं, आओ मरने से पहले तुम्हें दुल्हा बना तो लूं। हुण ये जज्बात ने बड़े प्यारे, वाकई इदां दीयां सदरां, इदां दी रीझ, क्योंकि ये ठंडे बुरज ने वो आखिरी मिलनी वेखी है, आखिरी गलवकड़ी महसूस की है जिहड़ी मां जी ने साहिबजादियां दे नाल पाई। ये ठंडा बुरज अपनी शादी आप भर रहा, और इन्हें वो भी मंजर वेख्या जदों फिर ठोडी तक ईंटें चुनदी, मुंह तक आ गई, बीनी को ढांपते ही आंखों पे छा गई, हर चांद सी जबी को इस मत्थे नूं घन सा लगा गई, जिवें चंद नूं ग्रहण लगदा है, लखते जिगर गुरु के दोनों छुपा गई, इसके बाद जोगी जी हुई बस थोड़ी देर थी, ये बस्ती सरहंद शहर की ईंटों का ढेर थी।
ਖੰਡਰਾਤ ਵਿੱਚ ਅੱਜ ਵੀ ਉਹ ਖੰਡਰ ਖੇਤਾਂ 'ਚ ਮਿਲੀਆਂ ਵਿਛੀਆਂ ਇੱਟਾਂ ਜਿਹੜੀਆਂ ਉਹ ਤੁਸੀਂ ਵੇਖ ਸਕਦੇ ਹੋ। ਜਿਹੜੀ ਸੱਚ ਦੀ ਤਾਕਤ ਨੇ 750 ਸਾਲ ਦੀ ਹਕੂਮਤ ਦਾ ਐਸਾ ਵਿਸਫੋਟ ਕੀਤਾ ਕਿ ਜ਼ੁਲਮੀ ਰਾਜ ਦੇ ਕਿੰਗਰੇ ਮਿੱਟੀ 'ਚ ਮਿਲਾ ਕੇ ਰੱਖਦੇ। ਧੰਨਵਾਦ ਭਾਈ ਸਾਹਿਬ, ਤੁਸੀਂ ਇੰਨੇ ਵਿਸਥਾਰ ਦੇ ਨਾਲ ਜਿਹੜਾ ਹੈ ਉਹ ਬਾਬਾ ਮੋਤੀ ਰਾਮ ਮਹਿਰਾ ਬਾਰੇ, ਧੰਨ ਮਾਤਾ ਗੁਜਰੀ ਜੀ ਬਾਰੇ, ਛੋਟੇ ਸਾਹਿਬਜ਼ਾਦਿਆਂ ਬਾਰੇ, ਉਹਨਾਂ ਦੇ ਇਤਿਹਾਸ ਬਾਰੇ ਵਿਚਾਰ ਚਰਚਾ ਕੀਤੀ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ। ਇਹ ਸਨ ਗਿਆਨੀ ਹਰਪਾਲ ਸਿੰਘ ਮੁੱਖ ਗ੍ਰੰਥੀ ਸ੍ਰੀ ਫਤਿਹਗੜ੍ਹ ਸਾਹਿਬ, ਜਿਨ੍ਹਾਂ ਨੇ ਠੰਡਾ ਬੁਰਜ ਤੇ ਸ੍ਰੀ ਫਤਿਹਗੜ੍ਹ ਸਾਹਿਬ ਦੇ ਇਤਿਹਾਸ ਬਾਰੇ ਸੰਗਤਾਂ ਨੂੰ ਦੱਸਿਆ ਹੈ। ਅਸੀਂ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ, ਇੱਕ ਵਾਰ ਤਸਵੀਰਾਂ ਦਿਖਾ ਦਿੰਦੇ ਹਾਂ। ਸ੍ਰੀ ਫਤਿਹਗੜ੍ਹ ਸਾਹਿਬ ਤੋਂ ਕੁਝ ਦੂਰੀ ਤੇ ਇਹ ਠੰਡਾ ਬੁਰਜ ਹੈ। ਸ੍ਰੀ ਫਤਿਹਗੜ੍ਹ ਸਾਹਿਬ ਦਾ ਉਹ ਪਾਵਨ ਪਵਿੱਤਰ ਅਸਥਾਨ ਹੈ ਜਿਹੜਾ ਇੱਥੋਂ ਧੁੰਦ ਦੇ ਕਾਰਨ ਪੂਰੀ ਤਰ੍ਹਾਂ ਨਜ਼ਰ ਨਹੀਂ ਆ ਰਿਹਾ, ਕਿਉਂਕਿ ਪੋਹ ਦੀਆਂ ਇਹ ਠੰਡੇ ਦਿਨ ਨੇ, ਠੰਡੀਆਂ ਰਾਤਾਂ ਨੇ। ਇਹ ਉਹੀ ਦਿਨ ਨੇ ਜਦੋਂ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਕਦੇ ਇਸ ਜਗ੍ਹਾ ਤੇ ਆ ਕੇ ਠਹਿਰੇ ਸੀ। ਠੰਡੇ ਬੁਰਜ ਦੇ ਅਸੀਂ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ। ਇੱਥੋਂ ਹੀ ਮਾਤਾ ਗੁਜਰੀ ਜੀ ਨੇ ਆਪਣੇ ਛੋਟੇ ਲਾਲਾਂ ਨੂੰ ਤਿਆਰ ਕਰਕੇ ਸ਼ਹਾਦਤ ਦੇ ਲਈ ਭੇਜਿਆ ਸੀ। ਮਾਤਾ ਗੁਜਰੀ ਜੀ ਨੇ ਆਪਣੇ ਲਾਲਾਂ ਨੂੰ ਆਪਣੇ ਹੱਥੀਂ ਤਿਆਰ ਕੀਤਾ ਤੇ ਸਾਹਿਬਜ਼ਾਦਿਆਂ ਨੇ ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ ਜਾ ਕੇ ਉਸ ਤੋਂ ਬੜੇ ਜੋਸ਼ੀਲੇ ਢੰਗ ਦੇ ਨਾਲ, ਦਲੇਰੀ ਦੇ ਨਾਲ ਜਵਾਬ ਦਿੱਤੇ ਸਨ। ਪਰਵਾਹ ਨਹੀਂ ਸੀ ਮੰਨੀ ਵਜ਼ੀਰ ਖਾਨ ਦੀ, ਤੇ ਆਖਰਕਾਰ ਸਾਹਿਬਜ਼ਾਦੇ ਇਸ ਠੰਡੇ ਬੁਰਜ ਤੋਂ ਆਖਰੀ ਵਾਰ ਗਏ। ਮਾਤਾ ਗੁਜਰੀ ਜੀ ਨੇ ਤੋਰਿਆ ਤੇ ਫਿਰ ਸਾਹਿਬਜ਼ਾਦਿਆਂ ਦੀ ਨੀਹਾਂ ਦੇ ਵਿੱਚ ਚਿਣ ਕੇ ਸ਼ਹਾਦਤ ਹੋਈ। ਭਾਵੇਂ ਕਿ ਨੀਹਾਂ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਚਿਣ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਪਰ ਕੁਝ ਸਮੇਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਦੇ ਵਿੱਚ ਸਿੰਘਾਂ ਨੇ ਸਰਹੰਦ ਦੀ ਇੱਟ ਦੇ ਨਾਲ ਇੱਟ ਖੜਕਾਈ। ਇਹ ਪੂਰਾ ਸ਼ਹਿਰ ਇੱਟਾਂ ਦਾ ਢੇਰ ਬਣਾ ਦਿੱਤਾ ਗਿਆ। ਜ਼ੁਲਮ ਵੱਧਦਾ ਹੈ, ਜ਼ੁਲਮ ਹੁੰਦਾ ਹੈ, ਪਰ ਜ਼ੁਲਮ ਕਦੇ ਨਾ ਕਦੇ ਆਪਣੇ ਆਪ ਵੀ ਖਤਮ ਹੋ ਜਾਂਦਾ ਇਸ ਧਰਤੀ ਤੋਂ, ਤੇ ਜਿਹੜੇ ਜ਼ੁਲਮ ਕਰਦੇ ਨੇ ਉਹ ਵੀ ਹਮੇਸ਼ਾ ਇਸ ਧਰਤੀ ਦੇ ਉੱਪਰ ਨਹੀਂ ਰਹਿੰਦੇ। ਇਹ ਸੁਨੇਹਾ ਸਾਨੂੰ ਇਸ ਧਰਤੀ ਤੋਂ ਮਿਲਦਾ ਹੈ, ਠੰਡੇ ਬੁਰਜ ਤੋਂ ਮਿਲਦਾ ਹੈ। ਕੈਮਰਾਮੈਨ ਸਤਨਾਮ ਦੇ ਨਾਲ ਰਣਦੀਪ ਸਿੰਘ, ਜਗਬਾਣੀ ਟੀਵੀ, ਸ੍ਰੀ ਫਤਿਹਗੜ੍ਹ ਸਾਹਿਬ।